ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਜਸਵੰਤ ਸਿੰਘ ਆਹਲੂਵਾਲੀਆ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰਨੀ ਸੁਖਦਰਸ਼ਨ ਕੌਰ, ਕੁਲਦੀਪ ਸਿੰਘ, ਅਵਨੀਤ ਕੌਰ, ਮਨਦੀਪ ਸਿੰਘ, ਰਿੰਮੀ ਕੌਰ, ਹਰਦੀਪ ਕੌਰ, ਐਡਵੋਕੇਟ ਪਰਮਪ੍ਰੀਤ ਪੌਲ, ਪ੍ਰਭਵਰਦੀਪ ਸਿੰਘ, ਹਰਨੂਰ ਸਿੰਘ, ਜਸਨੂਰ ਕੌਰ, ਰਜਿੰਦਰ ਸਿੰਘ, ਹਰਵਿੰਦਰ ਕੌਰ, ਸੋਹਨ ਸਿੰਘ, ਸੁਖਪਾਲ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ, ਰਣਜੀਤ ਸਿੰਘ, ਗੁਰਦੀਪ ਸਿੰਘ, ਗੁਰਸੇਵਕ ਸਿੰਘ, ਸੰਦੀਪ ਸਿੰਘ, ਸਤਨਾਮ ਸਿੰਘ, ਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਜੀਵਨ ਪ੍ਰਕਾਸ਼ ਸਾਹਿਬ ਮਾਡਲ ਟਾਊਨ ਫੇਜ਼ 1 ਬਠਿੰਡਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਜਸਵੰਤ ਸਿੰਘ ਆਹਲੂਵਾਲੀਆ ਜੀ ਦਾ ਜਨਮ 27 ਮਾਰਚ 1959 ਨੂੰ ਪਿੰਡ ਤਲੇਕੇ, ਜ਼ਿਲ੍ਹਾ ਮੋਗਾ ਵਿਖੇ ਪਿਤਾ ਸਰਦਾਰ ਸੇਵਾ ਸਿੰਘ ਆਹਲੂਵਾਲੀਆ ਜੀ ਦੇ ਘਰ ਮਾਤਾ ਸੁਰਜੀਤ ਕੌਰ ਹੋਣਾ ਦੀ ਕੁੱਖੋਂ ਹੋਇਆ। ਮੁੱਢਲੀ ਵਿੱਦਿਆ ਆਪ ਜੀ ਨੇ ਮੋਗਾ ਤੋਂ ਹੀ ਪ੍ਰਾਪਤ ਕੀਤੀ। ਛੋਟੀ ਉਮਰ ਤੋਂ ਹੀ ਆਪ ਜੀ ਹਮੇਸ਼ਾ ਹੀ ਬਿਜ਼ਨਸ ਵਿੱਚ ਰੁਚੀ ਰੱਖਦੇ ਸਨ, ਜਿਸ ਦੇ ਚਲਦਿਆਂ ਆਪ ਜੀ ਨੇ ਮੋਗਾ ਵਿਖੇ ਹੀ ਟਰੱਕਾਂ ਬੱਸਾਂ ਦਾ ਬਿਜ਼ਨਸ ਸ਼ੁਰੂ ਕੀਤਾ। ਆਪ ਜੀ ਦਾ ਵਿਆਹ ਸਨ 1984 ਵਿੱਚ ਪਿੰਡ ਕੋਟਪਾਈ ਗਿੱਦੜਬਾਹਾ ਦੇ ਵਸਨੀਕ ਸਰਦਾਰ ਨੰਦ ਸਿੰਘ ਜੀ ਦੀ ਸੁਪੁੱਤਰੀ ਸੁਖਦਰਸ਼ਨ ਕੌਰ ਹੋਣਾ ਨਾਲ ਹੋਇਆ। ਆਪ ਜੀ ਦੇ ਘਰ 2 ਪੁੱਤਰਾਂ ਕੁਲਦੀਪ ਸਿੰਘ ਅਤੇ ਮਨਦੀਪ ਸਿੰਘ ਅਤੇ ਪੁੱਤਰੀ ਹਰਦੀਪ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ, ਖੂਬ ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਬੱਚੇ ਆਪੋ ਆਪਣੇ ਖੇਤਰਾਂ ਵਿੱਚ ਆਪਣੇ ਪਿਤਾ ਜੀ ਦੇ ਨਾਮ ਨੂੰ ਚੁੱਕ ਰਹੇ ਹਨ। ਆਪ ਜੀ ਨੇ ਬਠਿੰਡਾ ਵਿਖੇ ਦੀਪ ਫਾਈਨਾਂਸ ਬਿਜ਼ਨਸ ਸ਼ੁਰੂ ਕੀਤਾ, ਜਿਸ ਦੇ ਨਾਲ ਹੀ ਆਪ ਜੀ ਬਠਿੰਡਾ ਫਾਈਨਾਂਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ। ਆਪ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਰੋਜ਼ਾਨਾ ਗੁਰੂ ਘਰ ਜਾਣਾ ਅਤੇ ਨਿਤਨੇਮ ਕਰਨਾ ਆਪ ਜੀ ਦੀ ਦਿਨਚਰਿਆ ਸੀ। ਆਪ ਜੀ ਗਰੀਬਾਂ ਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਦਿਲ ਖੋਲ ਕੇ ਕਰਿਆ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬਾਣੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬਾਣੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪ ਜੀ ਬਠਿੰਡਾ ਵਿਖੇ ਵਿਦਿਅਕ ਅਤੇ ਸਿਹਤ ਅਦਾਰੇ ਲੈ ਕੇ ਆਏ। ਸਰਦਾਰ ਜਸਵੰਤ ਸਿੰਘ ਆਹਲੂਵਾਲੀਆ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। Sa
काल चलाना करके तिन्हों की अंतिम अरदास असीं सारे इत्थे एकत्र होए हाँ, क्योंकि साडा सारिਆਂ ਦਾ भरोसा है कि धन गुरु ग्रंथ साहिब सच्चे पातशाह जी की बाणी जिहड़ी इस दुनिया के व्यक्ति सहायता करती ही है, मनुख नाल दरगाह तक नाल मिलती है। आपको सतनाम श्री आप पता ही सारे धन गुरु ग्रंथ साहिब सच्चे पातशाह के चरणों में आके जाने वाले मनुख वास्ते अरदास करने के सतगुरु जी मेहर करो, जो आचरणा करते हैं उन्होंने सदैव काल वास्ते अपने चरणों को मास बख्शे। साहिब की बाणी सानू सदा जगाना करती है। आप जी ने वचन श्रवण किया साहिब का, क्या जाना कि मरेंगे कैसा मरना हुए, जेकर साहिब मनो न विसरे कैसा न मरना हुए। हर मनुख के मन में डर बने है कि मौत ने आना है, और सद बख्शिश करने जेड़े मनुख दुनिया में रहते हुए अवस्था अपनी दुनिया को उच्ची बना के रखते हैं, भाव सच नाल जुड़े रहते हैं, बाणी नाल जुड़े रहते हैं, उन्होंने मनुखों के मन में यह डर पैदा हो जाता है, क्योंकि साहिब की बाणी मनुख को अपना जीवन मनोरथ समझा देती है। तो फिर जिस मनुख को ये समझ आ जाती है कि मेरा असली मनोरथ है कि, तो फिर वो इस जीवन को सफल करने वाला तुर पैदा है। ऐसे मनुखों वास्ते आप कह देंगे कि इन्होंने अपनी जीवन यात्रा सफल की है, गुरु की बाणी पढ़ी है, सच को पछाणिया है, उन्होंने जीवन यात्रा आप सफल मानते हैं। आओ मिलकर की समाप्ति वेले सारे अरदास करिए सरदार जसवंत सिंह जी वास्ते कि मालिक जी कृपा करियो, दुनिया में दुहे जाने अनजाने मनुख को भुला हो ही जाती हैं कि साडा गुरु समर्थ है, बख्शंद है, समर्था रखता है बख्शण की, कि दरगाह में अपने चरणों कमल जगह देना है बख्श। आप सारे संगती इस वास्ते अरदास करते हैं क्योंकि साहिब के वचन ने विच संगत हर प्रभ वसै जी, तो आप संगती अरदास करते हैं मालिक कृपा कर सरदार जसवंत सिंह जी पातशाह सदी भी काल वास्ते अपने चरणों कमल निवास बख्शण। पिछों परिवार में साथ संबंधियों पातशाह पाणा मंदा बाल बच्ची मेरिया भैन मेरे भी जिन्हें बैठे हो सारे तुम मिल करके नाल पढ़ियो, क्योंकि आप सारे अरदास करने वास्ते बैठे हैं परिवार वास्ते। आप सारे ने अरदास करनी इस परिवार में सतगुरु जी पाणा मंदा बाल बख्शो, कोई रचनावा जी ना रहे। समाप्ति वे सारे अरदास करिए, हमारे आप अपनी हाजिर लगा लीजिए जी, इस तो बाद समाप्ति करें। देहो सजन आशीष सड़िया जो होए साहिब स्यो मेल, होए साहिब स्यो मेल। पढ़ो सारे। देहो सजन आशीष सड़िया जो होए साहिब स्यो
ਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਜੀ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਹੈ। ਘੱਲਿਆ ਮੈਂ ਨਾਨਕਾ ਸੱਦੇ ਉੱਠੀ ਜਾਏ, ਦੇ ਮਹਾਵਾਕ ਅਨੁਸਾਰ ਸੁਰਗਵਾਸੀ ਸਰਦਾਰ ਜਸਵੰਤ ਸਿੰਘ ਆਹਲੂਵਾਲੀਆ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ, ਸੰਸਾਰਕ ਯਾਤਰਾ ਨੂੰ ਪੂਰੀ ਕਰਦਿਆਂ ਹੋਇਆਂ ਅਕਾਲ ਚਲਾਣੇ ਕਰ ਗਏ। ਉਹਨਾਂ ਦੀ ਰੂਹ ਦੀ ਸ਼ਾਂਤੀ ਦੇ ਵਾਸਤੇ ਉਹਨਾਂ ਦੇ ਪੁੱਤਰ ਭਾਈ ਕੁਲਦੀਪ ਸਿੰਘ ਅਤੇ ਭਾਈ ਮਨਦੀਪ ਸਿੰਘ ਅਤੇ ਆਹਲੂਵਾਲੀਆ ਸਮੂਹ ਪਰਿਵਾਰ ਨੇ ਰਲ ਮਿਲ ਕੇ ਸਤਿਗੁਰੂ ਜੀ ਆਪ ਜੀ ਦੇ ਪਾਵਨ ਅਸਥਾਨਾਂ ਤੇ ਵਿਰਾਗਮਈ ਸ਼ਬਦ ਕੀਰਤਨ ਕਰਵਾਏ। ਬਾਣੀ ਪੜ੍ਹੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ। ਬਾਣੀ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ਣੀ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਸਤਿਗੁਰੂ ਜੀ ਆਪ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਾਵ ਜਲ ਪਿਆ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨਾਂ ਦਾ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਸਮੂਹ ਪਰਿਵਾਰ ਕੇ ਮੇਹ ਭਰਿਆ ਹੱਥ ਰੱਖਣਾ, ਕਿਰਪਾ ਕਰਨੀ। ਸਤਿਗੁਰੂ ਜੀ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਰੇਸ਼ਮੀ ਰੁਮਾਲੇ ਤਿਲ ਮਾਇਆ ਕਰਦਾ ਸੋਈਆ ਕਿਰਪਾ ਕਰਕੇ ਪ੍ਰਵਾਨ ਕਰਿਓ। ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਕੱਢਣੇ, ਭੰਡਾਰੇ ਭਰਪੂਰ ਰੱਖਣੇ। ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਪ੍ਰਵਾਨ ਕਰਨੀ। ਸਮੂਹ ਆਹਲੂਵਾਲੀਆ ਪਰਿਵਾਰ ਵੱਲੋਂ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪਣੇ ਅਲਾਹੀ ਹੁਕਮਨਾਮੇ ਬਖਸ਼ ਕੇ ਸੰਗਤ ਨੂੰ ਕਰਤਾਰਥ ਕਰੋ। ਹੁਕਮਾਂ ਤੇ ਚੱਲਣ ਦੀ ਸਮਰੱਥਾ ਬਖਸ਼ਣੀ। ਸ੍ਰੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤ ਆਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹਲਾ ਪੰਜਵਾਂ। ਹਰਿ ਵਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਬਿਅਤੈ। ਜਾਪੋ ਓਟ ਤੁਹਾਰੀ, ਹਰਿ ਵਿਸਰਤ ਸਦਾ ਖੁਆਰੀ। ਤਾਕੋ ਧੋਖਾ ਕਹਾਂ ਬਿਅਤੈ। ਜਾਪੋ ਓਟ ਤੁਹਾਰੀ। ਰਹਾਉ ਵੇਲ ਸਿਮਰਨ ਜੋ ਜੀਵਨ ਬਲਨਾ। ਸਰਬ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੈ। ਅੰਤ ਚੱਲੈ ਗੁਰੂ ਹਰੀ, ਗੁਣ ਨਿਧਾਨ ਗੁਣ ਤਿਨਹੀ ਗਾਏ। ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ। ਨਾਨਕ ਤਿਸ ਬਲਿਹਾਰੀ, ਗੁਣ ਨਿਧਾਨ ਗੁਣ ਤਿਨਹੀ ਗਾਏ। ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ। ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਪੀਰ ਪਗੰਬਰ ਆਏ, ਸਮਾਂ ਪੂਰਾ ਹੋਣ ਤੇ ਉਹਨਾਂ ਨੂੰ ਵੀ ਸੰਸਾਰ ਤੋਂ ਜਾਣਾ ਪਿਆ। ਰਾਮ ਗਿਓ ਰਾਵਣ ਗਿਓ,
जां को बहु परिवार, कहो नानक फिर कछ नहीं, सुपने जन संसार। कि संसार दे विच वड्डे वड्डे रावण वर्गे होके संसार में चले गए, क्योंकि मौत अटल सदाई आ। कि जिवें स्वर्गवासी सरदार जसवंत सिंह आहलूवालिया परमेश्वर ने इन्होंने जिन्नी भी सवासां की पूंजी दी, संसार की यात्रा नूं पूरी करदियां होइयां अकाल चलाणी कर गए। उन्होंने दो पुत्र काका कुलदीप सिंह ਅਤੇ काका मनदीप सिंह समूह आहलूवालिया परिवार ने रल मिल के सतगुरां दे पावन अस्थानां ते विरागमई शब्द कीर्तन करवाए। केवल ते केवल सिख धर्म दे विच सानूं गुरबाणी दा ही योग आसरा है। सतगुरु जी विछड़ी हुई आत्मा नूं आप जी दे चरनां दा निवास बख्शण, पिछे परिवार नूं भाणा मरण दा बल बख्शण। सो मैं बेनती करां डॉक्टर मेहर सिंह आहलूवालिया जी नूं कि वो आके आई हुई संगत का धन्नवाद करन। डॉक्टर मेहर सिंह आहलूवालिया मेरे बहुत ही सत्कारयोग छोटे वीर सरदार जसवंत सिंह जी अंत अरदास शामिल होने आए। पंजाब के कोने कोने तो भैन भरा रिश्तेदार यार दोस्त आओ सारे पहले फतेह साजी करिए। वाहिगुरू जी का खालसा वाहिगुरू जी की फतेह। ये जो परिवार वालों तुहाडे सारे दे समक्ष दो बोल धन्यवाद कहना जरूर किया गया। उस तो पहले मैं छोटी जी गल जरूर कहना चाहूँगा कि साढ़े परिवार विचों एक बहुत ही बेशकीमती हीरा जिहड़ा हीरा अपने प्यार दियां सुगंधियां अपने प्यार दियां रिश्मा फैला के सारे खुशियां का प्रसार करता सी, और साढ़े विच नहीं है। और भावें गुरबाणी बहुत जगह थां थां से गुरु साहब ने लिखा कि सामने बच्चा खड़ा गया, कि रेत की दीवार जो कि पानी का मुंह लग गया, कीर्तन भी सफा सफर किया, बहुत सारे प्रमाण दिते गए। पर एक जगह गुरु ग्रंथ साहब महाराज जी ने इस काया के आत्मा की गल जी वो सानू बख्शी। साड़ी काया स्त्री के पात्र रूप में पेश किया, तो साड़ी रूह को पति के रूप में पेश किया। तो कहते की है धन कहे तू बस मैं ताड़े, फिर सो स्वास्थी बाल पाले, तुझे बिना हों सिर लिखे बचन दे छोड़ खसा। काया के हाथों बैठा दे दिल को प्यार कोई बड़ नहीं, तू छड़ की जाए। फिर कहा वो हुक्म ही बनता, वो पारो उठाकर कांदा चलता, जब तक रखे तुम सद रहना सदे तो सदाता है। मैं तो हुक्म दाऊदा करना जब सदे के चले जाऊँ, जब तो हुक्म है कि रहना। फिर जब कहे भजन साचे धरने मानने, फिर चर्चे खाते बहुत बहुत पेट ही संग मारते, वो बात चढ़े कर हासा है। कहेंगे मैंने पकड़ना कर घूमने से चल के जाना होया आई आ गया प्रेम है ना तो नीची ना बता पकाया उस तारे वचन पे माती दे नानक कसम माता है। ये सारे जीवन की कहानी है। सब आदत रूप दूसरा कोशिश की किसी ने रहना नहीं, सब ने चले जाना। पर रिश्तेदार में दोस्तों में संबंधियों में राजनीतिक धरती में जी उन्होंने सेवा की है उसको हमेशा याद रखा जाएगा। और उन्होंने प्रतिष्ठा से प्रसिद्धि का सबूत है गुरुद्वारा साहब का कोने गुरु तक सकता गुरुद्वारा साहब बाद में देख रहा सकता कड़ियाँ ये उन्होंने सत्कार करके उन्हें कार्य करके सासंग जी ये पहला भाड़ा धियाँ पुत्र बच्चे निगते सारे सारे बहुत रखा भावें गुरबाणी की थां से भांडे की गल कही गई कि भाणा है हुक्म है ये बीत के रहना है। ये भी कहा गया तेरा भाणा तुझे होना है जिस से कोई ज्यादा तब क्या पर एक गल भी है फिर गुरु साहब हुक्म कि विछोड़े का दुख बहुत बड़ा ये अभी जो विछोड़ा गया ना इस लोग जो लोग
दूसरा जो है एक विछोड़ा, एक तो भूत, एक तो सख्त वाद भूत, एक तो विरोध के दस है कटोरा पैरे करता ये भी चार दुख बने गुरु साहब ने ये बच्चों को परिवार को बड़ा कौन थोड़ा असह विछोड़ा होया और भावें समय नाल जरूर भर जाते पर जब के अंदर की पीड़ा सारी जिंदगी तो होती वो कुछ नहीं करती ये बच्चे बड़े चंगे परिवार को बड़े इन्होंने बहुत कुछ किया सेवा बड़ी की है राज को पसंद नहीं चली और हमने गल कर रहे थे सुन रहे थे कि जो हुक्म आ गया वो चले जाना है यही शब्द मैं अपने छोटे वीर सरकार कह सकता अंत में मैं बड़ा सारा का धन्यवाद कर चुकी हाँ ग्राम पंचायत लेगी उन्होंने शोक होता भेजा साढ़े आलू वाले समाज अंदर संस्था ऑल इंडिया बड़े मुख्य सभा के नाम से विचारी जिला दास का ट्रस्ट है साढ़े प्रधान जी वालों चेयरमैन साहब वालों शोक बताया बहुत ही दुख किया उन्होंने बड़ा प्यार करते थे और भी बहुत सारे शोक बते आए इस सभा के राजनीतिक धार्मिक व्यापारी ट्रांसपोर्टर खेती करते संबंध बहुत सारे सच्चे बेटे देख रहे हैं सारे प्रतिष्ठित व्यक्ति है जिन्हें मैंने दसिया गया है कि श्रीमान अग्रवाल जी जो गवर्नमेंट ट्रस्ट के चेयरमैन ने वो भी आए हैं सरदार गोबिंद सिंह गुरुका भी आए हैं उनका धन्यवाद और ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡੇ ਪਰਿਵਾਰ ਦਾ ਰੋਮ ਰੋਮ ਤੁਹਾਡਾ ਰਣੀ ਹੈ ਕਿ ਤੁਸੀਂ ਆਏ ਹੋ ਤੇ ਨਿਸ਼ਚੈ ਹੀ ਸਾਡੇ ਲੋਕ ਵਿੱਚ ਸਾਡੀ ਪੀੜਾ ਦੀ ਕਮੀ ਆਏਗੀ और सानू मैं दुख भराने च सानू पढ़ा मनाने च तुहाडी तुसीं आए हो ना बहुत कितने इकट्ठे हो गए ये तुहाडी साधना पेगी इन्हां शब्दां नाल फिर एक बार धन्नवाद करदा तुहाडा सारिआं दा और तुहानूं बेनती करना जी जिन्हां ने लंगर नहीं छकिया किरपा करके लंगर छक के काम कीते सकन सारे क्यों मंगता है गुरबाणी को वादा करना हो जाता साथ में माफ कर वाहिगुरू जी का खालसा वाहिगुरू जी